ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦੇ ਤੀਜੇ ਹਫਤੇ ਦਾ ਮੰਗਲਵਾਰ ਹੈ ਤੇ ਅੱਜ ਪਾਕ ਕਲਾਮ ਦੇ ਵਿੱਚੋਂ ਅਸੀਂ ਦੋ ਪਾਠ ਸੁਣਾਂਗੇ। ਪਹਿਲਾ ਪਾਠ ਦਾਨੀਏਲ ਨਬੀ ਦੀ ਪੁਸਤਕ, ਉਸ ਦਾ ਤੀਸਰਾ ਅਧਿਆਇ 25 ਐਤ 34 ਤੋਂ ਲੈ ਕੇ 43 ਐਤ ਤੱਕ, ਅਤੇ ਅੱਜ ਦੀ ਜੋ ਅੰਜੀਲ ਹੈ ਮੱਤੀ ਦੀ, ਉਸ ਦਾ 18ਵਾਂ ਅਧਿਆਇ 21 ਤੋਂ ਲੈ ਕੇ 35 ਐਤ ਤੱਕ। ਆਓ ਅਸੀਂ ਧਿਆਨ ਦੇ ਨਾਲ ਇਹਨਾਂ ਪਾਠਾਂ ਨੂੰ ਸੁਣੀਏ, ਪਾਠਾਂ ਦੇ ਉੱਤੇ ਧਿਆਨ ਕਰੀਏ ਅਤੇ ਇਸ ਨੂੰ ਅਮਲ ਵਿੱਚ ਲਿਆਈਏ। ਪਾਠ ਪਹਿਲਾ। ਦਾਨੀਏਲ ਦੇ ਗ੍ਰੰਥ ਵਿੱਚੋਂ ਉਸ ਦਾ 3 ਬਾਬ 25 ਆਇਤ 34 ਤੋਂ 43 ਆਇਤ ਤੱਕ। ਅਜ਼ਰੀਆ ਖੜਾ ਹੋ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਅੱਗ ਦੀਆਂ ਲਪਟਾਂ ਵਿੱਚ ਇਹ ਕਹਿਣਾ ਸ਼ੁਰੂ ਕੀਤਾ, ਤੂੰ ਆਪਣੇ ਨਾਮ ਦਾ ਧਿਆਨ ਰੱਖ ਕੇ ਸਾਨੂੰ ਸਦਾ ਲਈ ਨਾ ਤਿਆਗ, ਸਾਡੇ ਲਈ ਆਪਣਾ ਵਿਧਾਨ ਰੱਦ ਨਾ ਕਰ। ਆਪਣੇ ਪਿਆਰੇ ਅਬਰਾਹਮ, ਆਪਣੇ ਸੇਵਕ ਇਸਹਾਕ ਅਤੇ ਆਪਣੇ ਭਗਤ ਇਸਰਾਏਲ ਨੂੰ ਯਾਦ ਕਰ ਅਤੇ ਆਪਣੀ ਕਿਰਪਾ ਦੀ ਨਜ਼ਰ ਸਾਡੇ ਉੱਤੋਂ ਨਾ ਹਟਾ। ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸੰਤਾਨ ਆਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੀ ਰੇਤ ਵਾਂਗ ਅਣਗਿਣਤ ਹੋਵੇਗੀ। ਪ੍ਰਭੂ, ਗਿਣਤੀ ਵਿੱਚ ਅਸੀਂ ਬਾਕੀ ਸਾਰੇ ਦੇਸ਼ਾਂ ਤੋਂ ਘੱਟ ਹੋ ਗਏ ਹਾਂ ਅਤੇ ਸਾਡੇ ਪਾਪਾਂ ਕਾਰਨ ਸਾਰੇ ਸੰਸਾਰ ਵਿੱਚ ਸਾਡਾ ਅਪਮਾਨ ਹੋ ਰਿਹਾ ਹੈ। ਹੁਣ ਤਾਂ ਸਾਡੇ ਵਿੱਚ ਨਾ ਕੋਈ ਰਾਜਾ ਹੈ, ਨਾ ਨਬੀ, ਨਾ ਨੇਤਾ, ਸਾਡੇ ਕੋਲ ਨਾ ਹੋਮ ਬਲੀ ਹੈ, ਨਾ ਅੰਨ ਬਲੀ, ਨਾ ਕੋਈ ਭੇਂਟ, ਨਾ ਧੂਪਦਾਨ, ਅਜਿਹੀ ਥਾਂ ਵੀ ਨਹੀਂ ਜਿੱਥੇ ਤੇਰੀ ਕਿਰਪਾ ਪ੍ਰਾਪਤ ਕਰਨ ਲਈ ਅਸੀਂ ਤੁਹਾਨੂੰ ਪਹਿਲੇ ਫਲ ਭੇਂਟ ਕਰੀਏ। ਸਾਡਾ ਪਛਤਾਤਾਪੀ ਦਿਲ ਅਤੇ ਸਾਡਾ ਹਲੀਮ ਮਨ ਤੁਹਾਨੂੰ ਸਵੀਕਾਰ ਹੋਵੇ। ਜਿਵੇਂ ਕਿ ਹਜ਼ਾਰਾਂ ਪੁਸ਼ਟ ਭੇਡਾਂ ਜਾਂ ਮੇਢੇ ਸਾਂਡਾਂ ਦੀਆਂ ਬਲੀਆਂ ਵਾਂਗ ਹੋਣ, ਇੰਜ ਕਰ ਕਿ ਅਸੀਂ ਸਦਾ ਤੇਰੇ ਰਾਹਾਂ ਉੱਤੇ ਚੱਲਦੇ ਰਹੀਏ, ਕਿਉਂਕਿ ਤੇਰੇ ਉੱਤੇ ਭਰੋਸਾ ਰੱਖਣ ਵਾਲੇ ਕਦੀ ਨਿਰਾਸ਼ ਨਹੀਂ ਹੁੰਦੇ। ਹੁਣ ਅਸੀਂ ਇਹੀ ਪੱਕਾ ਵਾਅਦਾ ਕਰਦੇ ਹਾਂ ਕਿ ਅਸੀਂ ਸਾਰੇ ਦਿਲ ਨਾਲ ਤੇਰੇ ਰਾਹਾਂ ਉੱਤੇ ਚੱਲਾਂਗੇ, ਤੇਰੇ ਉੱਤੇ ਸ਼ਰਧਾ ਰੱਖਾਂਗੇ ਅਤੇ ਤੇਰਾ ਡਰ ਮੰਨਾਂਗੇ। ਸਾਨੂੰ ਸ਼ਰਮਿੰਦਾ ਨਾ ਹੋਣ ਦੇ, ਸਗੋਂ ਸਾਡੇ ਉੱਤੇ ਆਪਣੀ ਸਹਿਨਸ਼ੀਲਤਾ ਅਤੇ ਰਹਿਮਦਿਲੀ ਪ੍ਰਗਟ ਕਰ। ਪ੍ਰਭੂ, ਆਪਣੇ ਅਚਰਜ ਕੰਮਾਂ ਰਾਹੀਂ ਸਾਡੀ ਰੱਖਿਆ ਕਰ ਅਤੇ ਆਪਣੇ ਨਾਮ ਦੀ ਵਡਿਆਈ ਹੋਣ ਦੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਤਦ ਪਤਰਸ ਨੇ ਅੱਗੇ ਵੱਧ ਕੇ ਯੀਸ਼ੂ ਨੂੰ ਕਿਹਾ, ਪ੍ਰਭੂ, ਜੇਕਰ ਮੇਰਾ ਭਰਾ ਮੇਰੇ ਵਿਰੁੱਧ ਪਾਪ ਕਰਦਾ ਰਹੇ ਤਾਂ ਮੈਂ ਕਿੰਨੀ ਕੁ ਵਾਰ ਉਸ ਨੂੰ ਮਾਫ ਕਰਾਂ? ਕੀ 7 ਵਾਰ ਤੱਕ? ਯੀਸ਼ੂ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਹਾਂ 7 ਵਾਰ, ਸਗੋਂ 7 ਦੇ 70 ਵਾਰ। ਇਸ ਲਈ ਸਵਰਗ ਰਾਜ ਦੀ ਤੁਲਨਾ ਉਸ ਰਾਜੇ ਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹਿਆ। ਜਦੋਂ ਉਹ ਹਿਸਾਬ ਕਰਨ ਬੈਠ ਗਿਆ ਤਾਂ ਇੱਕ ਕਰਜ਼ਦਾਰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਸ ਦਾ 10,000 ਤੋੜੇ ਸੋਨਾ ਦੇਣਾ ਸੀ। ਉਹ ਕਰਜ਼ਾ ਚੁਕਤਾ ਨਹੀਂ ਕਰ ਸਕਦਾ ਸੀ, ਇਸ ਲਈ ਉਸ ਦੇ ਮਾਲਕ ਨੇ ਹੁਕਮ ਜਾਰੀ ਕੀਤਾ ਕਿ ਉਸ ਨੂੰ ਅਤੇ ਉਸ ਦੀ ਪਤਨੀ, ਉਸ ਦੇ ਬੱਚਿਆਂ ਨੂੰ
ਉਸ ਦੀ ਸਾਰੀ ਧਨ ਸੰਪत्ति ਸਮੇਤ ਵੇਚ ਦਿੱਤਾ ਜਾਵੇ ਅਤੇ ਕਰਜ਼ਾ ਵਸੂਲ ਕਰ ਲਿਆ ਜਾਵੇ। ਤਦ ਉਸ ਨੌਕਰ ਨੇ ਗੋਡਿਆਂ ਭਰਨੇ ਡਿੱਗ ਕੇ ਇਹ ਮਿੰਨਤ ਕੀਤੀ, ਮਾਲਕ ਮੈਨੂੰ ਕੁਝ ਮੌਲਤ ਦਿਓ, ਮੈਂ ਸਭ ਕੁਝ ਤੁਹਾਨੂੰ ਚੁਕਤਾ ਕਰ ਦੇਵਾਂਗਾ। ਉਸ ਦੇ ਮਾਲਕ ਨੇ ਉਸ ਉੱਤੇ ਤਰਸ ਖਾ ਕੇ ਉਸ ਨੌਕਰ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ ਕਰ ਦਿੱਤਾ। ਪਰ ਉਹੀ ਨੌਕਰ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਉਸ ਦਾ ਇੱਕ ਸਾਥੀ ਨੌਕਰ ਮਿਲਿਆ ਜਿਸ ਨੇ ਉਸ ਦਾ 100 ਦਿਨਾਰ ਕਰਜ਼ਾ ਦੇਣਾ ਸੀ। ਉਸ ਨੇ ਉਸ ਨੂੰ ਗਲੋਂ ਫੜਦੇ ਹੋਏ ਕਿਹਾ, ਕਰਜ਼ਾ ਜੋ ਤੇਰੇ ਸਿਰ ਹੈ ਮੈਨੂੰ ਚੁਕਤਾ ਕਰ। ਇਸ ਲਈ ਉਸ ਦੇ ਸਾਥੀ ਨੌਕਰਾਂ ਨੇ ਉਸ ਦੇ ਪੈਰੀਂ ਪੈ ਕੇ ਉਸ ਅੱਗੇ ਤਰਲਾ ਮਿੰਨਤ ਕੀਤੀ, ਮੈਨੂੰ ਕੁਝ ਮੌਲਤ ਦਿਓ, ਮੈਂ ਤੁਹਾਨੂੰ ਸਭ ਕੁਝ ਚੁਕਤਾ ਕਰ ਦੇਵਾਂਗਾ। ਪਰ ਉਹ ਨਾ ਮੰਨਿਆ ਅਤੇ ਉਸ ਨੇ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦਖਾਨੇ ਵਿੱਚ ਸੁੱਟ ਦਿੱਤਾ ਜਦ ਤੱਕ ਕਿ ਉਹ ਆਪਣਾ ਕਰਜ਼ਾ ਚੁਕਤਾ ਨਾ ਕਰ ਦੇਵੇ। ਜਦੋਂ ਉਸ ਦੇ ਸਾਥੀ ਨੌਕਰਾਂ ਨੇ ਇਹ ਸਭ ਕੁਝ ਦੇਖਿਆ ਜੋ ਵਾਪਰਿਆ ਸੀ ਤਾਂ ਉਹ ਬੜੇ ਕਲਪੇ ਅਤੇ ਉਹਨਾਂ ਨੇ ਜਾ ਕੇ ਆਪਣੇ ਮਾਲਕ ਨੂੰ ਉਹ ਸਾਰੀ ਵਾਰਦਾਤ ਦੱਸ ਦਿੱਤੀ। ਜਦ ਉਸ ਦੇ ਮਾਲਕ ਨੇ ਉਸ ਨੌਕਰ ਨੂੰ ਸੱਦ ਕੇ ਕਿਹਾ, ਦੁਸ਼ਟ ਨੌਕਰ, ਮੈਂ ਤੇਰਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਕਿਉਂਕਿ ਤੂੰ ਮੇਰੇ ਅੱਗੇ ਮਿੰਨਤ ਕੀਤੀ ਸੀ। ਜਿਸ ਤਰ੍ਹਾਂ ਮੈਂ ਤੇਰੇ ਤੇ ਦਇਆ ਕੀਤੀ ਸੀ ਕਿ ਉਸੇ ਤਰ੍ਹਾਂ ਤੈਨੂੰ ਵੀ ਆਪਣੇ ਸਾਥੀ ਨੌਕਰ ਤੇ ਦਇਆ ਨਹੀਂ ਕਰਨੀ ਚਾਹੀਦੀ ਸੀ। ਉਸ ਦੇ ਮਾਲਕ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਜੇਲਰ ਦੇ ਹਵਾਲੇ ਕਰ ਦਿੱਤਾ ਜਦ ਤੱਕ ਉਹ ਆਪਣਾ ਸਾਰਾ ਕਰਜ਼ ਚੁਕਤਾ ਨਾ ਕਰ ਦੇਵੇ। ਮੇਰਾ ਅਸਮਾਨੀ ਬਾਪ ਵੀ ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੋਗੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਅੰਜੀਲ ਦੇ ਵਿੱਚ ਸੰਤ ਪਤਰਸ ਯਿਸੂ ਦੇ ਕੋਲ ਆ ਕੇ ਇੱਕ ਸਵਾਲ ਕਰਦਾ ਹੈ। ਜੋ ਸਵਾਲ ਕੀ ਹੈ ਕਿ ਪ੍ਰਭੂ ਮੈਨੂੰ ਆਪਣੇ ਭਰਾ ਨੂੰ ਕਿੰਨੀ ਕੁ ਵਾਰ ਮਾਫ ਕਰਨਾ ਚਾਹੀਦਾ ਹੈ। ਆਮ ਕਰਕੇ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇਕਰ ਸਾਡਾ ਭਰਾ ਸਾਡੇ ਵਿਰੁੱਧ ਕੋਈ ਗਲਤੀ ਕਰਦਾ ਹੈ ਜਾਂ ਸਾਡਾ ਨੁਕਸਾਨ ਕਰਦਾ ਹੈ ਤਾਂ ਅਸੀਂ ਉਸ ਨੂੰ ਮਾਫ ਕਰਨ ਦੀ ਬਜਾਏ ਉਸ ਨੂੰ ਅਸੀਂ ਅੰਦਰ ਕਰਵਾ ਦਿੰਦੇ ਹਾਂ। ਆਮ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੈ, ਸਾਡੇ ਪਰਿਵਾਰਾਂ ਦੇ ਵਿੱਚ। ਤੇ ਅੱਜ ਪਤਰਸ ਆ ਕੇ ਪੁੱਛ ਰਿਹਾ ਹੈ ਕਿ ਮੈਂ ਕਿੰਨੀ ਕੁ ਵਾਰੀ ਮਾਫ ਕਰਾਂ, ਤੇ ਪ੍ਰਭੂ ਉਸ ਨੂੰ ਕਹਿੰਦਾ ਹੈ 7 ਦੇ 70 ਵਾਰ ਮਾਫ ਕਰਨਾ ਹੈ, 449 ਵਾਰੀ ਮਾਫ ਕਰਨਾ ਹੈ। ਮਾਫ ਕਰਨਾ ਬੜਾ ਔਖਾ ਹੈ। ਮਹਾਤਮਾ ਗਾਂਧੀ ਕਹਿੰਦਾ ਹੈ ਕਿ ਸਭ ਤੋਂ ਤਾਕਤਵਰ ਬੰਦਾ ਉਹ ਹੈ ਜੋ ਮਾਫ ਕਰਨ ਦੀ ਸ਼ਕਤੀ ਰੱਖਦਾ ਹੈ। ਹਾਂ ਪਿਆਰਿਓ, ਮਾਫ ਕਰਨ ਦੇ ਲਈ ਸਾਨੂੰ ਜਿਗਰਾ ਚਾਹੀਦਾ ਹੈ, ਇੱਕ ਵੱਡਾ ਦਿਲ ਚਾਹੀਦਾ ਹੈ। ਆਮ ਆਦਮੀ ਦੇ ਹੱਥ ਵੱਸ ਨਹੀਂ ਹੈ। ਉਹੀ ਕਰ ਸਕਦਾ ਹੈ ਜਿਹਦੇ ਵਿੱਚ ਖੁਦਾ ਵਾਸ ਕਰਦਾ ਹੈ, ਉਹੀ ਕਰ ਸਕਦਾ ਹੈ ਜਿਹਦੇ ਵਿੱਚ ਖੁਦਾ ਦਾ ਫਜ਼ਲ ਹੈ। ਇਹ ਜਦੋਂ ਮੈਂ ਤਮਸੀਲ ਪੜ੍ਹੀ ਤਾਂ ਮੈਨੂੰ ਇੱਕ ਕਹਾਣੀ ਯਾਦ ਆਈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਇੱਕ ਧਰਮੀ ਬੰਦਾ ਸੀ ਜਿਹਦੇ ਨਾਲ ਖੁਦਾ ਗੱਲਾਂ ਕਰਿਆ ਕਰਦਾ ਸੀ ਅਤੇ ਉਸ ਧਰਮੀ ਦੇ ਕੋਲ ਬਹੁਤ ਦੁਨੀਆ ਆਉਂਦੀ ਸੀ। ਉਸ ਦੇ ਕੋਲੋਂ ਪ੍ਰਾਰਥਨਾ ਕਰਵਾਉਣ ਦੇ ਲਈ, ਉਸ ਨੂੰ ਮਿਲਣ ਦੇ ਲਈ, ਉਹਦੀ ਚੰਗੀ ਸਲਾਹ ਲੈਣ ਦੇ ਲਈ ਬਹੁਤ ਦੁਨੀਆ ਆਉਂਦੀ ਸੀ। ਇੱਕ ਦਿਨ ਖੁਦਾ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, ਭਲਿਆ ਲੋਕਾ, ਤੂੰ ਧਰਮੀ ਬੰਦਾ ਹੈ, ਤੇਰੇ ਕੋਲ ਬਹੁਤ ਦੁਨੀਆ ਆਉਂਦੀ ਹੈ, ਤੂੰ ਚੰਗੀਆਂ ਸਲਾਹਾਂ ਦਿੰਦਾ ਹੈ, ਲੋਕਾਂ ਦੇ ਮਸਲੇ ਹੱਲ ਕਰਦਾ ਹੈ, ਪਰ ਅੱਜ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਤੇਰੇ ਤੋਂ ਵੀ ਇੱਕ
ਧਰਮੀ ਬੰਦਾ ਹੋਰ ਹੈ, ਤੂੰ ਜਾ ਕੇ ਉਸ ਨੂੰ ਮਿਲ ਸਕਦਾ ਹੈ। ਤਾਂ ਇਹ ਬੰਦਾ ਸੋਚਣ ਲੱਗਾ ਕਿ ਮੈਨੂੰ ਜਾ ਕੇ ਉਹ ਧਰਮੀ ਬੰਦੇ ਨੂੰ, ਜੋ ਮੇਰੇ ਤੋਂ ਵੀ ਜ਼ਿਆਦਾ ਧਰਮੀ ਹੈ, ਮਿਲਣਾ ਚਾਹੀਦਾ ਹੈ। ਤੇ ਖੁਦਾ ਨੇ ਉਸ ਨੂੰ ਦੱਸਿਆ ਕਿ ਤੂੰ ਫਲਾਣੇ ਪਿੰਡ ਵਿੱਚ ਜਾ, ਉੱਥੇ ਇੱਕ ਆਦਮੀ ਹੈ ਜਿਹੜਾ ਕਸਾਈ ਦਾ ਕੰਮ ਕਰਦਾ ਹੈ, ਤੂੰ ਉਸ ਨੂੰ ਜਾ ਕੇ ਮਿਲਣਾ ਤੇ ਉਹ ਤੇਰੇ ਤੋਂ ਵੀ ਜ਼ਿਆਦਾ ਧਰਮੀ ਹੈ। ਹੁਣ ਇਹ ਜੋ ਧਰਮੀ ਬੰਦਾ ਸੀ, ਇਹ ਜੋ ਸਾਧੂ ਸੀ, ਇਸ ਨੇ ਭੇਸ ਬਦਲ ਕੇ ਉਹ ਪਿੰਡ ਦੇ ਵਿੱਚ ਜਿਹਦੇ ਬਾਰੇ ਖੁਦਾ ਨੇ ਉਸ ਨੂੰ ਦੱਸਿਆ ਸੀ ਚਲਾ ਗਿਆ। ਅਤੇ ਪਿੰਡ ਦੇ ਵਿੱਚ ਵੜਦਿਆਂ ਹੀ ਉਸ ਨੇ ਲੋਕਾਂ ਤੋਂ ਪੁੱਛਿਆ ਕਿ ਇੱਥੇ ਕਸਾਈ ਦੀ ਦੁਕਾਨ ਕਿਹੜੀ ਹੈ। ਤਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਸਾਹਮਣੇ ਜਿਹੜੀ ਕਸਾਈ ਦੀ ਦੁਕਾਨ ਹੈ, ਉਹ ਹੈ ਇੱਥੇ ਕਸਾਈ ਦੀ ਦੁਕਾਨ। ਤੇ ਜਦੋਂ ਦੂਰੋਂ ਖੜੇ ਹੋ ਕੇ ਉਸ ਨੇ ਉਸ ਕਸਾਈ ਦੇ ਵੱਲ ਦੇਖਿਆ ਤਾਂ ਉਹ ਕਸਾਈ ਹੇਰਾ ਫੇਰੀ ਕਰ ਰਿਹਾ ਸੀ। ਉਹ ਆਉਂਦੀਆਂ ਜਾਂਦੀਆਂ ਔਰਤਾਂ ਨੂੰ ਟਿਚਰਾਂ ਕਰ ਰਿਹਾ ਸੀ, ਮਜ਼ਾਕ ਉਡਾ ਰਿਹਾ ਸੀ। ਤਾਂ ਇਹ ਧਰਮੀ ਬੰਦੇ ਨੇ ਸੋਚਿਆ ਕਿ ਇਹ ਬੰਦਾ ਧਰਮੀ ਨਹੀਂ ਹੋ ਸਕਦਾ, ਕਿਉਂਕਿ ਇਹਦਾ ਚਾਲ ਚੱਲਨ ਅਤੇ ਇਹਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ, ਇਹ ਇਮਾਨਦਾਰੀ ਵਾਲਾ ਨਹੀਂ ਹੈ। ਇਹ ਬੰਦਾ ਧਰਮੀ ਨਹੀਂ ਹੋ ਸਕਦਾ। ਇਸ ਕਰਕੇ ਉਹ ਪਿੰਡ ਦੇ ਅੱਗੇ ਨੂੰ ਤੁਰ ਪਿਆ ਅਤੇ ਲੋਕਾਂ ਤੋਂ ਪੁੱਛਿਆ ਕਿ ਇੱਥੇ ਹੋਰ ਕੋਈ ਕਸਾਈ ਦੀ ਦੁਕਾਨ ਹੈ। ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਸਿਰਫ ਸਾਡੇ ਪਿੰਡ ਵਿੱਚ ਇੱਕੋ ਹੀ ਕਸਾਈ ਦੀ ਦੁਕਾਨ ਹੈ ਤੇ ਉਹ ਪਿੰਡ ਦੇ ਸ਼ੁਰੂ ਦੇ ਵਿੱਚ ਹੀ ਹੈ। ਤਾਂ ਇਹ ਧਰਮੀ ਬੰਦਾ ਦੁਬਾਰਾ ਮੁੜ ਕੇ ਵਾਪਸ ਆ ਗਿਆ ਅਤੇ ਇਹ ਕਸਾਈ ਨੂੰ ਦੇਖਣ ਲੱਗ ਪਿਆ। ਕਸਾਈ ਦਾ ਜੋ ਕੰਮ ਕਰਨ ਦਾ ਤਰੀਕਾ ਉਹੀ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਆਉਂਦਿਆਂ ਜਾਂਦੀਆਂ ਔਰਤਾਂ ਨੂੰ, ਆਉਂਦੇ ਜਾਂਦੇ ਲੋਕਾਂ ਨੂੰ ਵੀ ਟਿਚਰਾਂ ਕਰਦਾ ਸੀ, ਮਜ਼ਾਕ ਉਡਾਉਂਦਾ ਸੀ। ਮਤਲਬ ਕਿ ਕੋਈ ਸੀਰੀਅਸ ਨਹੀਂ ਸੀ, ਧਾਰਮਿਕਤਾ ਵਾਲੀ ਉਹਦੇ ਵਿੱਚ ਕੋਈ ਖੂਬੀ ਨਜ਼ਰ ਨਹੀਂ ਆਈ। ਆਖਰ ਵਿੱਚ ਖੁਦਾ ਦੇ ਕਹੇ ਹੋਏ ਵਚਨਾਂ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹੋਏ ਉਹ ਸ਼ਾਮਾਂ ਨੂੰ ਉਹ ਬੰਦੇ ਕੋਲ ਗਿਆ ਅਤੇ ਕਹਿਣ ਲੱਗਾ ਕਿ ਅੱਜ ਮੈਂ ਤੁਹਾਡੇ ਕੋਲ ਰਹਿਣਾ ਹੈ, ਤੁਹਾਡੇ ਘਰ ਰਹਿਣਾ ਹੈ। ਕਿਉਂਕਿ ਧਰਮੀ ਬੰਦੇ ਨੇ ਸੋਚਿਆ ਹੋ ਸਕਦਾ ਹੈ ਕਿ ਕੋਈ ਹੋਰ ਕੰਮ ਵੀ ਸ਼ਾਇਦ ਕਰਦਾ ਹੋਏਗਾ, ਇਹਨੂੰ ਜਾ ਕੇ ਵੇਖਾਂ ਮੈਂ। ਤੇ ਉਹ ਬੰਦੇ ਨੇ ਆਖਿਆ ਕਿ ਤੂੰ ਥੋੜ੍ਹਾ ਜੇਰਾ ਰੱਖ ਤੇ ਮੈਂ ਥੋੜ੍ਹਾ ਜਿਹਾ ਕੁਝ ਮੀਟ ਅਤੇ ਸੂਪ ਬਣਾ ਕੇ ਤੇ ਫਿਰ ਆਪਾਂ ਇਕੱਠੇ ਮੇਰੇ ਨਾਲ ਤੁਸੀਂ ਚੱਲ ਪਿਓ ਮੇਰੇ ਘਰ। ਤੇ ਪਿਆਰਿਓ, ਇਹ ਕਸਾਈ ਦੇ ਘਰ ਦੇ ਵਿੱਚ ਇਹ ਧਰਮੀ ਬੰਦਾ ਜਦੋਂ ਤੁਰ ਪਿਆ, ਘਰ ਵਿੱਚ ਪਹੁੰਚੇ ਤਾਂ ਇਸ ਨੂੰ ਬੈਠਕ ਦੇ ਵਿੱਚ ਬਿਠਾ ਦਿੱਤਾ, ਪਾਰਲਰ ਦੇ ਵਿੱਚ ਬਿਠਾ ਦਿੱਤਾ ਅਤੇ ਆਪ ਘਰ ਦੇ ਅੰਦਰ ਚਲਾ ਗਿਆ। ਅੰਦਰ ਜਾ ਕੇ ਜਿਹੜਾ ਉਸਨੇ ਸੂਪ ਲਿਆਂਦਾ ਸੀਗਾ ਉਹ ਗਰਮ ਕਰਕੇ ਘਰ ਦੇ ਵਿੱਚ ਇੱਕ ਜੋ ਬੰਦਾ ਮੰਜੀ ਦੇ ਉੱਤੇ ਪਿਆ ਹੋਇਆ ਸੀ, ਬੜੇ ਪਿਆਰ ਦੇ ਨਾਲ ਉਸ ਨੂੰ ਉਹ ਸੂਪ ਪਿਆਉਣ ਲੱਗ ਪਿਆ। ਕਾਫੀ ਦੇਰ ਹੋ ਗਈ, ਇਹ ਬੰਦਾ ਬਾਹਰ ਨਹੀਂ ਆ ਰਿਹਾ। ਤੇ ਇਸ ਕਰਕੇ ਧਰਮੀ ਬੰਦੇ ਨੇ ਸੋਚਿਆ ਕਿ ਇਹ ਕਸਾਈ ਅੰਦਰ ਕੀ ਕਰੀ ਜਾਣ ਡਿਆ ਹੈ। ਤੇ ਉਹ ਅੰਦਰ ਚਲਾ ਗਿਆ ਦੇਖਣ ਵਾਸਤੇ ਕਿ ਅੰਦਰ ਕੀ ਹੋ ਰਿਹਾ ਹੈ। ਇੰਨਾ ਟਾਈਮ ਹੋ ਗਿਆ, ਬਾਹਰ ਨਹੀਂ ਆਇਆ ਹੈ। ਤੇ ਜਦੋਂ ਦੇਖਿਆ ਤਾਂ ਇਹ ਬੰਦਾ, ਇਹ ਕਸਾਈ, ਉਹ ਬਜ਼ੁਰਗ ਨੂੰ ਆਪਣੀ ਗੋਦ ਵਿੱਚ ਲੈ ਕੇ ਉਸ ਨੂੰ ਸੂਪ ਪਿਆ ਰਿਹਾ ਸੀ, ਬੜੇ ਪਿਆਰ ਦੇ ਨਾਲ ਉਹਦੇ ਨਾਲ ਗੱਲਾਂ ਕਰ ਰਿਹਾ ਸੀ। ਤਾਂ ਫਿਰ ਇਹ ਧਰਮੀ ਬੰਦੇ ਨੂੰ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਹੋ ਹੀ ਕਾਰਨ ਹੋਏਗਾ ਕਿ ਖੁਦਾ ਨੇ ਆਖਿਆ ਸੀਗਾ ਕਿ ਤੇਰੇ ਤੋਂ ਵੀ ਵੱਧ ਧਰਮੀ ਬੰਦਾ ਹੈ ਉਹ ਕਸਾਈ ਹੈ, ਕਿਉਂਕਿ ਇਹ ਆਪਣੇ ਬਾਪ ਦੀ ਕਿੰਨੀ ਸੇਵਾ ਕਰ ਰਿਹਾ ਹੈ। ਤੇ ਜਿਵੇਂ ਹੀ ਕਸਾਈ ਨੇ ਸੂਪ ਪਿਲਾ ਕੇ ਬਾਹਰ ਆਇਆ ਅਤੇ ਸੂਪ ਇਸ ਧਰਮੀ ਬੰਦੇ ਨੂੰ ਵੀ ਦਿੱਤਾ ਤੇ ਧਰਮੀ ਬੰਦਾ ਗੱਲਾਂ ਕਰਦਿਆਂ ਕਰਦਿਆਂ ਹੀ ਕਹਿਣ ਲੱਗਾ ਕਿ ਸੱਚਮੁੱਚ ਭਾਈ ਸਾਹਿਬ, ਤੁਸੀਂ ਇੱਕ ਧਰਮੀ ਬੰਦੇ ਹੀ ਹੋ, ਕਿਉਂਕਿ ਤੁਸੀਂ ਆਪਣੇ ਬਾਪ ਦੀ ਕਿੰਨੇ ਪਿਆਰ ਦੇ ਨਾਲ ਸੇਵਾ ਕਰ ਰਹੇ ਹੋ। ਸੱਚਮੁੱਚ ਤੁਸੀਂ ਧਰਮੀ ਹੋ। ਕਸਾਈ ਕਹਿਣ ਲੱਗਾ ਇਹ ਮੇਰਾ ਬਾਪ ਨਹੀਂ ਹੈ। ਫਿਰ ਕਹਿੰਦਾ, ਧਰਮੀ ਬੰਦਾ ਕਹਿਣ ਲੱਗਾ ਫਿਰ ਬਾਪ ਨਹੀਂ ਹੈ
ਤੇ ਕਿੱਦਾਂ ਤੁਸੀਂ ਇਸ ਦੀ ਇੰਨੇ ਪਿਆਰ ਦੇ ਨਾਲ ਸੇਵਾ ਕਰੀ ਜਾ ਰਹੇ ਹੋ? ਤਾਂ ਕਸਾਈ ਨੇ ਜਵਾਬ ਦਿੱਤਾ, ਇਹ ਮੇਰੇ ਬਾਪ ਦਾ ਖੂਨੀ ਹੈ, ਇਹ ਮੇਰੇ ਬਾਪ ਦਾ ਕਾਤਲ ਹੈ। ਜਦੋਂ ਇਸ ਨੇ ਮੇਰੇ ਬਾਪ ਦਾ ਕਤਲ ਕਰ ਦਿੱਤਾ ਅਤੇ ਉਸ ਸਮੇਂ ਮੈਂ ਬਾਹਰ ਸੀ, ਤੇ ਜਦੋਂ ਮੈਨੂੰ ਪਤਾ ਲੱਗਾ ਕਿ ਫਲਾਣੇ ਬੰਦੇ ਨੇ ਮੇਰੇ ਬਾਪ ਨੂੰ ਕਤਲ ਕੀਤਾ ਹੈ, ਮੈਂ ਬਦਲਾ ਲੈਣ ਦੇ ਲਈ ਉਸ ਬੰਦੇ ਦੇ ਕੋਲ ਪਹੁੰਚਿਆ, ਉਸ ਨੂੰ ਖਤਮ ਕਰਨ ਦੇ ਲਈ। ਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਬੰਦਾ ਤੇ ਅਧਰੰਗ ਦੇ ਨਾਲ ਪਹਿਲਾਂ ਹੀ ਮਰ ਚੁੱਕਿਆ ਹੈ, ਅਧਰੰਗ ਹੋ ਚੁੱਕਿਆ ਹੈ, ਮੰਜੇ ਤੋਂ ਉੱਠ ਨਹੀਂ ਸਕਦਾ ਹੈ। ਤੇ ਫਿਰ ਵੀ ਮੇਰੇ ਮਨ ਦੇ ਵਿੱਚ ਕਹਿੰਦਾ ਕਿ ਬੜਾ ਗੁੱਸਾ ਸੀ ਕਿ ਮੈਂ ਸੋਚਿਆ ਕਿ ਇਸ ਨੂੰ ਮੈਂ ਹੁਣੇ ਹੀ ਖਤਮ ਕਰ ਦੇਵਾਂ। ਪਰ ਕਹਿੰਦਾ ਕਿ ਉਸ ਵਕਤ ਮੈਨੂੰ ਆਵਾਜ਼ ਆਈ, ਇਸ ਨੂੰ ਆਪਣੇ ਘਰ ਵਿੱਚ ਲੈ ਜਾ। ਤੂੰ ਆਪਣੇ ਬਾਪ ਦੀ ਸੇਵਾ ਨਹੀਂ ਕੀਤੀ, ਪਰ ਇਹ ਬੰਦੇ ਨੂੰ ਲੈ ਜਾ, ਇਸ ਨੂੰ ਸੇਵਾ ਦੀ ਲੋੜ ਹੈ, ਤੂੰ ਇਸ ਦੀ ਜਾ ਕੇ ਸੇਵਾ ਕਰ। ਤਾਂ ਇਹ ਧਰਮੀ ਬੰਦਾ ਉਹ ਕਸਾਈ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਾ, ਸੱਚਮੁੱਚ ਜੋ ਖੁਦਾ ਨੇ ਆਖਿਆ ਹੈ, ਤੂੰ ਧਰਮੀ ਬੰਦਾ ਹੈ। ਮੈਂ ਤੇਰੇ ਪੈਰ ਧੋ ਧੋ ਕੇ ਪੀਵਾਂਗਾ, ਕਿਉਂਕਿ ਤੇਰੇ ਵਿੱਚ ਸ਼ਕਤੀ ਹੈ, ਤੇਰੇ ਵਿੱਚ ਸ਼ਕਤੀ ਹੈ ਕਿ ਤੂੰ ਆਪਣੇ ਬਾਪ ਦੇ ਕਾਤਲ ਨੂੰ ਵੀ ਮਾਫ ਕਰ ਦਿੱਤਾ। ਮਾਫ ਹੀ ਨਹੀਂ ਕੀਤਾ, ਉਸ ਦੀ ਆਪਣੇ ਬਾਪ ਦੇ ਵਾਂਗੂ ਸੇਵਾ ਕੀਤੀ ਹੈ। ਹਾਂ ਪਿਆਰਿਓ, ਇੱਕ ਛੋਟੀ ਜੀ ਇੱਕ ਕਹਾਣੀ ਹੈ, ਲੇਕਿਨ ਇਹ ਕਹਾਣੀ ਸੱਚਮੁੱਚ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਇਹ ਵਚਨ ਯਾਦ ਦਿਲਾਉਂਦੀ ਹੈ ਕਿ ਅਸੀਂ ਕਿੰਨੀ ਕੁ ਵਾਰੀ ਆਪਣੇ ਪਰਿਵਾਰ ਦੇ ਜੀਆਂ ਨੂੰ ਮਾਫ ਕਰਨਾ ਹੈ, ਕਿਸ ਹੱਦ ਤੱਕ ਮਾਫ ਕਰਨਾ ਹੈ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਦੋ ਤਰ੍ਹਾਂ ਦੇ ਬੰਦਿਆਂ ਦੀ ਗੱਲ ਕਰਦਾ ਹੈ। ਇੱਕ ਜਿਸ ਦਾ ਸਾਰਾ ਕਰਜ਼ਾ ਉਸ ਦੇ ਮਾਲਕ ਨੇ ਮਾਫ ਕਰ ਦਿੱਤਾ, ਤੇ ਦੂਜਾ ਬੰਦਾ ਜਿਸ ਨੇ ਥੋੜਾ ਜਿਹਾ ਹੀ ਕਿਸੇ ਦੇ ਕੋਲ ਲੈਣਾ ਸੀ, ਪਰ ਉਹ ਉਸ ਨੂੰ ਮਾਫ ਨਹੀਂ ਕੀਤਾ, ਸਗੋਂ ਉਸ ਦੀ ਬਜਾਏ ਉਸ ਨੂੰ ਜੇਲ੍ਹ ਵਿੱਚ ਭਿਜਵਾ ਦਿੱਤਾ। ਹਾਂ ਪਿਆਰਿਓ, ਸਾਡੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਅਸੀਂ ਖੁਦਾ ਦੇ ਕੋਲੋਂ ਮਾਫੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਖੁਦਾ ਸਾਡੇ ਪਾਪਾਂ ਨੂੰ ਮਾਫ ਕਰੇ, ਸਾਡੀਆਂ ਗਲਤੀਆਂ ਨੂੰ ਮਾਫ ਕਰੇ, ਲੇਕਿਨ ਅਸੀਂ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ ਕਰਨ ਦੇ ਲਈ ਤਿਆਰ ਨਹੀਂ ਹਾਂ। ਅਸੀਂ ਦੂਜਿਆਂ ਨੂੰ ਮਾਫ ਨਹੀਂ ਕਰਦੇ ਹਾਂ, ਦੂਜਿਆਂ ਦੇ ਕੋਲੋਂ ਅਸੀਂ ਬਦਲੇ ਦੀ ਭਾਵਨਾ ਰੱਖਦੇ ਹਾਂ। ਅਸੀਂ ਅੱਜ ਉਸ ਕਸਾਈ ਦੇ ਜੀਵਨ ਦੇ ਵਿੱਚੋਂ ਵੀ ਸਿੱਖਣਾ ਹੈ, ਜਿਸ ਨੇ ਆਪਣੇ ਬਾਪ ਦੇ ਕਾਤਲ ਨੂੰ ਮਾਫ ਹੀ ਨਹੀਂ ਕੀਤਾ, ਸਗੋਂ ਉਸ ਦੀ ਬਾਪ ਵਾਂਗ ਸੇਵਾ ਕੀਤੀ। ਦੇਖੋ, ਇੱਕ ਕਿੱਡੀ ਵੱਡੀ ਕੁਰਬਾਨੀ ਹੈ, ਕਿੱਡਾ ਵੱਡਾ ਜਿਗਰਾ ਚਾਹੀਦਾ ਹੈ ਇਹਦੇ ਵਾਸਤੇ। ਤੇ ਮਹਾਤਮਾ ਗਾਂਧੀ ਦੀਆਂ ਅਸੀਂ ਉਹਨਾਂ ਗੱਲਾਂ ਨੂੰ ਯਾਦ ਕਰੀਏ ਕਿ ਅਸਲੀ ਮਹਾਨ ਅਤੇ ਤਾਕਤਵਰ ਬੰਦਾ ਉਹੀ ਹੈ ਜਿਹਦੇ ਵਿੱਚ ਮਾਫ ਕਰਨ ਦੀ ਸ਼ਕਤੀ ਹੈ। ਤੇ ਪਿਆਰਿਓ, ਮਾਫ ਸਿਰਫ ਉਹੀ ਕਰ ਸਕਦਾ ਹੈ ਜਿਹਦੇ ਉੱਤੇ ਖੁਦਾ ਦਾ ਫਜ਼ਲ ਹੈ, ਹੋਰ ਕੋਈ ਮਾਫ ਨਹੀਂ ਕਰ ਸਕਦਾ ਹੈ। ਤੇ ਇਸ ਕਰਕੇ ਅੱਜ ਅਸੀਂ ਮਾਫ ਕਰੀਏ। ਥੋੜੀ ਦੇਰ ਦੇ ਲਈ ਸੋਚ ਵਿਚਾਰ ਕਰੋ ਕਿ ਕਿਹੜੇ-ਕਿਹੜੇ ਲੋਕ ਹਨ ਜਿਨ੍ਹਾਂ ਨੂੰ ਮਾਫੀ ਦੀ ਲੋੜ ਹੈ, ਜਾਂ ਜਿਨ੍ਹਾਂ ਨੂੰ ਤੁਸੀਂ ਮਾਫ ਕਰਨਾ ਹੈ, ਜਿਨ੍ਹਾਂ ਨੇ ਤੁਹਾਡਾ ਦਿਲ ਦੁਖਾਇਆ ਹੈ, ਤੁਹਾਨੂੰ ਦੁੱਖ ਪਹੁੰਚਾਏ ਹਨ। ਅੱਜ ਦਿਲੋਂ ਉਹਨਾਂ ਦੇ ਲਈ ਦੁਆ ਕਰੀਏ, ਉਹਨਾਂ ਨੂੰ ਮਾਫ ਕਰ ਦਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।